मतलब यही सवाल ही साडे वास्ते बहुत वड्डा चैलेंज है भी पहला तो यही उदों तक ਚੱਲੂਗਾ ਸਾਡਾ मतलब उदों तक ਅਸੀਂ ਕੋਪਰੈਸ ਜੈਂਡਰ ਨੂੰ ਸਪੇਸ ਦੇਵਾਂਗੇ ਜਦੋਂ ਤੱਕ ਇਹ ਨਾਰਮਲ ਨਹੀਂ ਹੋ ਜਾਂਦਾ ਇਹਨੂੰ ਕਦੇ ਸਵਾਲ ਨਹੀਂ ਪੁੱਛਿਆ ਜਾਂਦਾ ਕਿਹੜੀਆਂ ਚੀਜ਼ਾਂ ਤੋਂ ਇਨਸਪਾਇਰ ਹੋ ਕੇ ਤੁਸੀਂ ਚੁਣਿਆ ਹੈ ਜਿਹੜਾ ਨਵੀਂ ਇਨਿੰਗਸ ਸ਼ੁਰੂ ਕੀਤੀ ਪੋਲਿਟਿਕਸ 'ਚ ਇੰਟਰਸਟ ਪਿਆ ਮੇਰਾ ਇੱਕ ਪੋਲੀਟੀਕਲ ਇੰਟਰਸਟ ਸ਼ੁਰੂ ਤੋਂ ਸੀਗਾ ਮਤਲਬ ਇੱਕ ਦਿਮਾਗ ਦੇ ਵਿੱਚ ਚਿੰਗ ਜੀ ਸੀਗੀ ਵੀ ਕੁਝ ਤਾਂ ਕਰਨਾ ਗਾ ਵੀ ਐਵੇਂ ਨਹੀਂ ਮਰਨਾ ਹੈਗਾ ਕੁਝ ਤਾਂ ਕਰਕੇ ਜਾਣਾ ਗਾ ਉਹ ਕੁਝ ਕਰਕੇ ਜਾਣ ਦੇ ਚੱਕਰ 'ਚ ਜਿੰਨੀਆਂ ਵੀ ਸਮਾਜ ਦੀਆਂ ਦਿੱਕਤਾਂ ਨੇ ਉਹਨਾਂ ਨਾਲ ਮੈਂ ਰੂਬਰੂ ਹੁੰਦੀ ਗਈ ਜਿਹੜੀ ਐਸਐਫਐਸ ਦੀ ਸਮਾਜ ਨੂੰ ਲੈ ਕੇ ਸਮਝ ਹੈ ਉਹ ਸਮਝ ਨਾਲ ਜਦੋਂ ਮੇਰੀ ਸਹਿਮਤੀ ਬਣਦੀ ਹੈ ਤਾਂ ਫਿਰ ਮੈਂ ਐਸਐਫਐਸ ਜੁਆਇਨ ਕਰਕੇ ਉਹਦੀ ਇੱਕ ਐਕਟਿਵਿਸਟ ਵੀ ਬਣਦੀ ਹੈ ਐਸਐਫਐਸ ਬਾਕੀਆਂ ਨਾਲੋਂ ਕੀ ਵੱਖ ਹੈ ਜਿਹੜਾ ਉਹ ਸਟੂਡੈਂਟਸ ਦੇ ਵਿੱਚ ਲੈ ਕੇ ਜਾ ਐਸਐਫਐਸ ਨੇ ਇਸ ਕੈਂਪਸ ਦਾ ਮਾਹੌਲ ਬਦਲਿਆ ਗਾ ਦੁਬਾਰਾ ਆਰਗੇਨਾਈਜੇਸ਼ਨ ਨੂੰ ਮੌਕਾ ਆਪਾਂ ਨੂੰ ਭਰੋਸਾ ਹੈਗਾ ਵੀ ਮਤਲਬ ਜਿਹੜੇ ਸਟੂਡੈਂਟਸ ਨੇ ਉਹ ਦੇਣਗੇ ਜ਼ਰੂਰ ਮੌਕਾ ਦੇਣਗੇ ਬਾਬੂਸ਼ਾਹੀ ਦੇਖ ਰਹੇ ਹੋ ਤੁਸੀਂ ਪੰਜਾਬ ਯੂਨੀਵਰਸਿਟੀ ਸਟੂਡੈਂਟ ਕਾਉਂਸਲ ਦੇ ਇਲੈਕਸ਼ਨਸ ਦੇ ਕਰਕੇ ਯੂਨੀਵਰਸਿਟੀ ਦਾ ਜਿਹੜਾ ਐਟਮੋਸਫੀਅਰ ਆ ਉਹ ਬਿਲਕੁਲ ਬਦਲਿਆ ਹੋਇਆ ਨਜ਼ਰ ਆ ਰਿਹਾ ਤੇ ਇਸ ਵਾਰ ਜੇ ਗੱਲ ਕੀਤੀ ਜਾਵੇ ਕਿਉਂਕਿ ਨੋਮੀਨੇਸ਼ਨਸ ਫਾਈਲ ਹੋ ਚੁੱਕੇ ਨੇ ਤੇ ਜਿੰਨੀਆਂ ਵੀ ਵੱਖ-ਵੱਖ ਪਾਰਟੀਆਂ ਨੇ ਉਹਨਾਂ ਵਿੱਚੋਂ ਜੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟਸ ਦੀ ਗੱਲ ਕੀਤੀ ਜਾਵੇ ਤਾਂ ਸਿਰਫ 2 ਕੁੜੀਆਂ ਨੇ ਉਹਨਾਂ ਵਿੱਚੋਂ ਇੱਕ ਐਸਐਫਐਸ ਆ ਜਿਹੜੀ ਸਟੂਡੈਂਟ ਫੋਰ ਸੁਸਾਇਟੀ ਉਹਨਾਂ ਦੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਭਵਨਜੋਤ ਕੌਰ ਨੇ ਉਹਨਾਂ ਦੇ ਨਾਲ ਗੱਲ ਕਰਾਂਗੇ ਪਾਰਟੀ ਦਾ ਏਜੰਡਾ ਕੀ ਰਹੂਗਾ ਉਸ ਬਾਰੇ ਵੀ ਤੇ ਨਾਲ ਕੁੜੀਆਂ ਦੀ ਜਿਹੜੀ ਪਾਰਟਿਸਪੇਸ਼ਨ ਹੈਗੀ ਹੈ ਉਹ ਕਿਸ ਤਰ੍ਹਾਂ ਦੀ ਹੈ ਤੇ ਕਿੱਡਾ ਕੁ ਵੱਡਾ ਰੋਲ ਹੈ ਕੁੜੀਆਂ ਦਾ ਇਹਨਾਂ ਇਲੈਕਸ਼ਨਾਂ 'ਚ ਰਹਿਣ ਵਾਲਾ ਭਵਨਜੋਤ ਜੀ ਤੁਸੀਂ ਸਿਰਫ 2 ਜਿਹੜੀਆਂ ਗਰਲ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟਸ ਨੇ ਉਹਨਾਂ ਵਿੱਚੋਂ ਇੱਕ ਹੋ ਤੇ ਕਿੰਨੀ ਕੁ ਵੱਡੀ ਜ਼ਿੰਮੇਵਾਰੀ ਹੈ ਤੇ ਕਿੱਡੇ ਕੁ ਵੱਡੇ ਚੈਲੰਜਸ ਦੇਖ ਰਹੇ ਹੋ ਮਤਲਬ ਇਸ ਯੂਨੀਵਰਸਿਟੀ ਦੇ ਵਿੱਚ ਲਗਾਤਾਰ ਜਿਹੜਾ ਪ੍ਰਧਾਨਗੀ ਦੇ ਇਲੈਕਸ਼ਨ ਨੇ ਚਾਹੇ ਉਹ ਸਟੂਡੈਂਟ ਕਾਉਂਸਲ ਦੇ ਨੇ ਚਾਹੇ ਹੋਰ तमाम ਪੋਸਟਾਂ ਨੇ ਉਹਨਾਂ 'ਤੇ ਲਗਾਤਾਰ ਮੁੰਡੇ ਖੜੇ ਕੀਤੇ ਜਾ ਰਹੇ ਨੇ ਅਤੇ ਸਾਨੂੰ ਇਹ ਹਮੇਸ਼ਾ ਕਾਊਂਟਰ ਸਵਾਲ ਆਉਂਦਾ ਰਿਹਾ ਵੀ ਤੁਸੀਂ ਕੁੜੀਆਂ ਖੜੀਆਂ ਕਰਦੇ ਤੁਸੀਂ ਫੀਮੇਲ ਕਾਰਡ ਖੇਡਦੇ ਹੋ ਮਤਲਬ ਪਹਿਲੀ ਗੱਲ ਤਾਂ ਇਹ ਸਾਡੇ ਲਈ ਬਹੁਤ ਵੱਡਾ ਚੈਲੰਜ ਹੈ ਮਤਲਬ ਇਹੀ ਸਵਾਲ ਹੀ ਸਾਡੇ ਵਾਸਤੇ ਬਹੁਤ ਵੱਡਾ ਚੈਲੰਜ ਹੈ ਵੀ ਪਹਿਲਾਂ ਤਾਂ ਇਹ ਉਦੋਂ ਤੱਕ ਚੱਲੂਗਾ ਸਾਡਾ ਮਤਲਬ ਉਦੋਂ ਤੱਕ ਅਸੀਂ ਕੋਪਰੈਸ ਜੈਂਡਰ ਨੂੰ ਸਪੇਸ ਦੇਵਾਂਗੇ ਜਦੋਂ ਤੱਕ ਇਹ ਨਾਰਮਲ ਨਹੀਂ ਹੋ ਜਾਂਦਾ ਵੀ ਮੁੰਡਾ ਖੜਿਆ ਜਾਂ ਕੁੜੀ ਖੜੀ ਹੈ ਕਿਉਂਕਿ ਮੁੰਡਿਆਂ ਨੂੰ ਕਦੇ ਸਵਾਲ ਨਹੀਂ ਪੁੱਛਿਆ ਜਾਂਦਾ ਹਾਂਜੀ ਮੁੰਡਿਆਂ ਨੂੰ ਕਦੇ ਸਵਾਲ ਨਹੀਂ ਪੁੱਛਿਆ ਜਾਂਦਾ ਉਸ ਤੋਂ ਬਿਨਾਂ ਸਾਡਾ ਚੈਲੰਜ ਮਤਲਬ ਓਵਰਆਲ ਇੱਕ ਇਹੋ ਜਿਹੇ ਸਿਸਟਮ ਨਾਲ ਤਾਂ ਹੈਗਾ ਹੀ ਹੈ ਜਿਹੜਾ ਕੁੜੀਆਂ ਨੂੰ ਪੋਲੀਟੀਕਲ ਸਪੇਸ ਨਹੀਂ ਦਿੰਦਾ ਗਾ ਕੁੜੀਆਂ ਨੂੰ ਘਰੋਂ ਬਹੁਤ ਸੋਚ ਸਮਝਾ ਕੇ ਤੋਰਿਆ ਜਾਂਦਾ ਵੀ ਤੁਸੀਂ ਪੋਲੀਟਿਕਸ ਤੋਂ ਦੂਰ ਰਹਿਣਾ ਤੁਸੀਂ ਇਹੋ ਜਿਹਾ ਕੁਛ ਨਹੀਂ ਕਰਨਾ ਗਾ ਅਤੇ ਘਰੇ ਉਹਨਾਂ ਨੂੰ ਰੋਕਿਆ ਵੀ ਜਾਂਦਾ ਗਾ ਅਤੇ ਮਤਲਬ ਚਾਹੇ ਉਹ ਕੋਈ ਵੀ ਸੰਘਰਸ਼ ਹੋਵੇ ਚਾਹੇ ਕੁੜੀਆਂ ਦਾ 24 ਘੰਟੇ ਹੋਸਟਲ ਕਰਾਉਣ ਦਾ ਸੰਘਰਸ਼ ਹੋਵੇ ਉਸ 'ਚ ਐਸਐਫਐਸ ਨੇ ਲੀਡ ਕੀਤਾ ਉਦੋਂ ਵੀ ਤਮਾਮ ਤਰੀਕੇ ਦੇ ਰਿਸਟ੍ਰਿਕਸ਼ਨਸ ਆਪਾਂ ਨੂੰ ਦੇਖਣ ਨੂੰ ਮਿਲੀਆਂ ਬਾਕੀ ਸਾਰੀ ਪਾਰਟੀ ਨੇ ਉਹਨਾਂ ਦਾ ਵਿਰੋਧ ਕੀਤਾ ਵੀ ਕੁੜੀਆਂ ਨੇ 24 ਘੰਟੇ ਕੀ ਕਰਨਾ ਗਾ ਮਤਲਬ ਇਹ ਆਪਣਾ ਇੱਕ ਵੱਡਾ ਚੈਲੰਜ ਆ ਵੀ ਇੱਕ ਤਾਂ ਸਮਾਜ ਦੇ ਵਿੱਚ ਦਿੱਕਤ ਪਈ ਹੈ ਉਹੀ ਦਿੱਕਤ ਨੂੰ ਇੰਡੋਰਸ ਇੱਥੇ ਪੀਯੂ ਅਥਾਰਟੀ ਵੀ ਕਰਦੀ ਹੈ ਉਹਨੇ ਲਗਾਤਾਰ ਫੀਮੇਲ ਸਕਾਲਰਸ ਨੂੰ ਵੀ ਟਾਰਗੇਟ ਕੀਤਾ ਹੋਇਆ ਫੀਮੇਲ ਕੈਂਡੀਡੇਟ ਨੂੰ ਕੱਲ੍ਹ ਵੀ ਮੈਨੂੰ ਇੱਥੇ ਗਰਲਸ ਹੋਸਟਲ 3 ਤੇ 9 ਦੇ ਵਿੱਚ ਕੈਂਪੇਨ ਕਰਨ ਤੋਂ ਰੋਕਿਆ ਗਿਆ ਮਤਲਬ ਇਹ ਅਥਾਰਟੀ ਸਾਡੀ ਵੱਡਾ ਚੈਲੰਜ ਹੈ ਅੱਛਾ ਤੁਸੀਂ ਆਪਣੇ ਬਾਰੇ ਦੱਸੋ ਜੀ ਕਦੋਂ ਤੁਸੀਂ ਯੂਨੀਵਰਸਿਟੀ 'ਚ ਆ ਗਏ ਸੀਗੇ ਕਿੱਥੋਂ ਬਿਲੋਂਗ ਕਰਦੇ ਹੋ ਤੇ ਕਿਹੜੀਆਂ ਚੀਜ਼ਾਂ ਤੋਂ ਇਨਸਪਾਇਰ ਹੋ ਕੇ ਤੁਸੀਂ ਚੁਣਿਆ ਹੈ ਜਿਹੜਾ ਨਵੀਂ ਇਨਿੰਗਸ ਸ਼ੁਰੂ ਕੀਤੀ ਪੋਲਿਟਿਕਸ 'ਚ ਇੰਟਰਸਟ ਪਿਆ ਹਾਂਜੀ ਮੇਰਾ ਨਾਮ ਭਵਨ ਹੈ ਜਿਵੇਂ ਤੁਸੀਂ ਜਾਣਦੇ ਹੋ ਅਤੇ ਮੈਂ ਪਟਿਆਲੇ ਤੋਂ ਮੇਰੀ ਸਾਰੀ ਸਕੂਲਿੰਗ ਪਟਿਆਲੇ ਤੋਂ ਹੋਈ ਹੈ ਬੈਚਲਰਸ ਤੱਕ ਮੈਂ ਪਟਿਆਲੇ ਪੜ੍ਹੀ ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਫਿਰ ਮੈਂ ਮਾਸਟਰਸ ਕੀਤੀ ਹੈ ਦਿੱਲੀ ਤੋਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਮਾਸਟਰਸ ਪੋਲੀਟਿਕਸ ਵਿਦ ਸਪੈਸ਼ਲਾਈਜੇਸ਼ਨ ਇਨ ਆਈਆਰ ਉਸ ਤੋਂ ਬਾਅਦ ਮੈਂ 2020 'ਚ ਇੱਥੇ ਆ ਜਾਂਦੀ ਹਾਂ 2020 'ਚ ਲੋਕਡਾਊਨ ਦੇ ਦੌਰਾਨ ਹੀ ਮੈਂ ਇੱਥੇ ਆਪਦੀ ਪੜ੍ਹਾਈ ਸ਼ੁਰੂ ਕਰਦੀ ਹਾਂ ਅਤੇ ਇੱਥੇ ਮੈਂ ਐਸਐਫਐਸ ਨਾਲ ਆ ਕੇ ਜੁੜਦੀ ਹਾਂ ਮਤਲਬ ਮੇਰਾ ਇੱਕ ਪੋਲੀਟੀਕਲ ਇੰਟਰਸਟ ਸ਼ੁਰੂ ਤੋਂ ਸੀਗਾ ਮਤਲਬ ਇੱਕ ਦਿਮਾਗ ਦੇ ਵਿੱਚ ਚਿੰਗ ਜੀ ਸੀਗੀ ਵੀ ਕੁਝ ਤਾਂ ਕਰਨਾ ਗਾ ਵੀ ਐਵੇਂ ਨਹੀਂ ਮਰਨਾ ਹੈਗਾ ਕੁਝ ਤਾਂ ਕਰਕੇ ਜਾਣਾ ਗਾ ਉਹ ਕੁਝ ਕਰਕੇ ਜਾਣ ਦੇ ਚੱਕਰ 'ਚ ਜਿੰਨੀਆਂ ਵੀ ਸਮਾਜ ਦੀਆਂ ਦਿੱਕਤਾਂ ਨੇ ਉਹਨਾਂ ਨਾਲ ਮੈਂ ਰੂਬਰੂ ਹੁੰਦੀ ਗਈ ਮੇਰਾ ਖੁਦ ਦਾ ਪਰਿਵਾਰ ਐਗਰੀਕਲਚਰ ਫੈਮਿਲੀ ਹੈ ਹੈ ਨਾ ਉਹ ਸਾਰੀਆਂ ਦਿੱਕਤਾਂ ਕਰਜ਼ੇ ਤੋਂ ਲੈ ਕੇ ਸਾਰੀਆਂ ਦਿੱਕਤਾਂ ਮੈਂ ਦੇਖੀਆਂ ਨੇ ਆਪ ਹੰਢਾਈਆਂ ਵੀ ਨੇ ਅਤੇ ਜਿੰਨਾ ਮੈਨੂੰ ਅਦਰਵਾਈਜ਼ ਪੜ੍ਹਾਈ ਤੋਂ ਵਰਜਿਆ ਵੀ ਗਿਆ ਉਹ ਵੀ ਮੈਂ ਆਪ ਸਿਹਾ ਵੀ ਮੈਨੂੰ ਕਿੰਨਾ ਲੜਨਾ ਪਿਆ ਇੱਥੇ ਪਹੁੰਚਣ ਵਾਸਤੇ ਅਤੇ ਜਦੋਂ ਇੱਥੇ ਮੈਂ ਐਸਐਫਐਸ 'ਚ ਆਉਂਦੀ ਹਾਂ ਐਸਐਫਐਸ ਉਦੋਂ ਕਿਸਾਨੀ ਧਰਨੇ 'ਤੇ ਐਕਟਿਵ ਸੀ ਕਿਸਾਨੀ ਧਰਨੇ 'ਤੇ ਐਸਐਫਐਸ ਨਾਲ ਮੈਂ 5 ਮਹੀਨੇ ਐਕਟਿਵ ਰਹਿੰਦੀ ਹਾਂ ਜਿਹੜੀ ਐਸਐਫਐਸ ਦੀ ਸਮਾਜ ਨੂੰ ਲੈ ਕੇ ਸਮਝ ਹੈ ਉਹ ਸਮਝ ਨਾਲ ਜਦੋਂ ਮੇਰੀ ਸਹਿਮਤੀ ਬਣਦੀ ਹੈ ਤਾਂ ਫਿਰ ਮੈਂ ਐਸਐਫਐਸ ਜੁਆਇਨ ਕਰਕੇ ਉਹਦੀ ਇੱਕ ਐਕਟਿਵਿਸਟ ਵੀ ਬਣਦੀ ਹੈ ਮਤਲਬ ਇਹੋ ਜਿਹਾ ਇੱਕ ਮਕੈਨਿਜ਼ਮ ਸੀ ਜਿਹਦੇ ਚੱਲਦੇ ਮੈਂ ਹੁਣ ਪੋਲੀਟਿਕਸ ਵਿੱਚ ਐਕਟਿਵ ਹਾਂ ਹੁਣ ਐਸਐਫਐਸ ਦੀ ਗੱਲ ਕੀਤੀ ਜਾਵੇ ਤਾਂ ਐਸਐਫਐਸ ਬਾਕੀਆਂ ਨਾਲੋਂ
ਕੀ ਵੱਖ ਹੈ ਜਿਹੜਾ ਉਹ ਸਟੂਡੈਂਟਸ ਦੇ ਵਿੱਚ ਲੈ ਕੇ ਜਾ ਰਹੇ, ਜਿਹੜੇ ਤੁਹਾਡੇ ਤੁਸੀਂ ਗੱਲ ਕਰਦੇ ਹੋ ਵੀ ਸਾਨੂੰ ਜੇ ਮੌਕਾ ਦਵੋਗੇ ਤਾਂ ਅਸੀਂ ਇਸ ਤਰੀਕੇ ਦਾ ਚੇਂਜ ਲੈ ਕੇ ਆਵਾਂਗੇ, ਤਾਂ ਉਹ ਡਿਫਰੈਂਟ ਕੀ ਕਰਨ ਜਾ ਰਹੇ ਹੋ? ਮਤਲਬ ਐਸਐਫਐਸ ਨੇ ਇਸ ਕੈਂਪਸ ਦਾ ਮਾਹੌਲ ਬਦਲਿਆਗਾ। ਇਸ ਕੈਂਪਸ ਦਾ ਕੀ ਮਾਹੌਲ ਸੀ? ਇਸ ਕੈਂਪਸ 'ਚ ਲਗਾਤਾਰ ਫੀਸਾਂ ਵਧ ਰਹੀਆਂ ਸੀ। 96 ਦੀ ਜਿਹੜੀ ਐਜੂਕੇਸ਼ਨ ਪਾਲਿਸੀ ਆ ਉਹ ਤੋਂ ਬਾਅਦ ਵੀ ਫੀਸਾਂ ਵਧ ਰਹੀਆਂ ਸੀ। ਐਸਐਫਐਸ ਇਸ ਕੈਂਪਸ 2010 'ਚ ਆਉਂਦੀ ਹੈ। 2013 ਦੇ ਵਿੱਚ ਪਹਿਲਾਂ ਫੀਸਾਂ ਦੇ ਉਲਟ ਪ੍ਰੋਟੈਸਟ ਹੁੰਦਾ ਹੈ। 4 ਦਿਨਾਂ ਦਾ ਪ੍ਰੋਟੈਸਟ ਕਰਕੇ ਫੀ ਰੋਲ ਬੈਕ ਹੁੰਦਾ ਆ। ਉਦੋਂ ਬਾਕੀ ਜਿੰਨੇ ਵੀ ਮੇਨ ਸਟ੍ਰੀਮ ਪੋਲੀਟੀਕਲ ਪਾਰਟੀ ਸੀ, ਜਿਹੜੇ ਸਟੂਡੈਂਟ ਵਿੰਗਸ ਸੀ, ਉਹ ਮਖੌਲ ਕਰਦੇ ਹੁੰਦੇ ਸੀ ਵੀ ਇਹ ਕੋਈ ਮੁੱਦਾ ਨਹੀਂ ਹੋਇਆ ਕਰਦਾ, ਕਿਉਂਕਿ ਉਹਨਾਂ ਦਾ ਖੁਦ ਦਾ ਤਰੀਕਾ ਸੀਗਾ ਫੀਸਾਂ ਵਾਪਸ ਕਰਾਉਣ ਦਾ। ਉਹ ਸੀਗਾ ਵੀ ਤੁਸੀਂ ਇੰਨੇ % ਵਧਾ ਦਿਓ, ਅਸੀਂ ਇੰਨੇ ਦੀ ਮੰਗ ਕਰਾਂਗੇ, ਇੰਨੇ 'ਤੇ ਸਹਿਮਤੀ ਕਰਦੇ, ਨਿਬੜ ਗਿਆ। ਐਸਐਫਐਸ ਨੇ ਇਸ ਕੈਂਪਸ ਦੇ ਵਿੱਚ ਜਿਹੜਾ ਫੀ ਹਾਈਕ ਹੈ ਉਹਨੂੰ ਇੱਕ ਮੁੱਦਾ ਬਣਾਇਆਗਾ। ਉਹ ਮੁੱਦਾ ਨਹੀਂ ਹੁੰਦਾ ਸੀ, ਉਹ ਨਾਰਮਲ ਮੰਨਿਆ ਜਾਂਦਾ ਸੀ ਵੀ ਹੋਣੀ ਓ ਹੁੰਦੀ ਹੈ, ਫੀਸ ਤਾਂ ਵਧਣੀ ਹੁੰਦੀ ਹੈ। ਇਨਫਲੇਸ਼ਨ ਹੋ ਰਹੀ ਹੈ, ਮਹਿੰਗਾਈ ਹੋ ਰਹੀ ਹੈ, ਫੀਸ ਤਾਂ ਵਧਣੀ ਹੁੰਦੀ ਹੈ। ਪਰ ਸਾਡਾ ਇਹ ਆਰਗੂਮੈਂਟ ਹੈ ਕਿ ਫੀਸਾਂ ਜਿਹੜੀ ਐਜੂਕੇਸ਼ਨ ਹੈ ਉਹ ਇੱਕ ਪਬਲਿਕ ਗੁੱਡ ਹੈ। ਸਰਕਾਰ ਨੂੰ ਐਜੂਕੇਸ਼ਨ ਸਾਰਿਆਂ ਲਈ ਐਕਸੈਸੀਬਲ ਬਣਾਉਣੀ ਪਊਗੀ। ਉਹ ਇਹ ਐਸਐਫਐਸ ਦੀ ਇੱਕ ਵੱਡੀ ਦੇਣ ਹੈ ਇਸ ਕੈਂਪਸ ਦੇ ਵਿੱਚ। ਉਸ ਤੋਂ ਬਿਨਾਂ ਇਸ ਕੈਂਪਸ ਦੇ ਵਿੱਚ ਜੈਂਡਰ ਇਨਇਕੁਐਲਿਟੀ ਦੇ ਅਗੇਂਸਟ ਐਸਐਫਐਸ ਲਗਾਤਾਰ ਸੰਘਰਸ਼ ਕਰਦੀ ਰਹੀ ਹੈ। 2012 ਤੋਂ ਆਪਾਂ ਗਰਲਜ਼ ਹੋਸਟਲ 24x7 ਕਰਾਉਣ ਦਾ ਸੰਘਰਸ਼ ਸ਼ੁਰੂ ਕੀਤਾ ਹੋਇਆ ਹੈ। ਹੌਲੀ ਹੌਲੀ ਕਰਕੇ ਟਾਈਮਿੰਗਸ ਵੀ ਵੱਧ ਰਹੀਆਂ ਨੇ। 2015 'ਚ ਆ ਕੇ ਲੈਬਸ ਤੇ ਲਾਇਬ੍ਰੇਰੀ 24 ਘੰਟੇ ਖੁੱਲ੍ਹ ਜਾਂਦੀਆਂ ਨੇ, ਪਰ ਕੁੜੀਆਂ ਦਾ ਹੋਸਟਲ 24 ਘੰਟੇ ਨਹੀਂ ਖੁੱਲ੍ਹਦਾ ਉਦੋਂ ਵੀ। ਅਤੇ ਉਦੋਂ ਵੀ ਮਤਲਬ ਉਦੋਂ ਹਾਲਾਤ ਇਹ ਹੁੰਦੇ ਸੀਗੇ ਵੀ ਜੇ ਕਿਸੇ ਕੁੜੀ ਨੇ ਲੈਬ 'ਚ ਜਾਣਾ, ਲਾਇਬ੍ਰੇਰੀ ਜਾਣਾ ਹੈ, ਉਹਨੂੰ ਮਜਬੂਰਨ ਸਵੇਰੇ 5 ਵਜੇ ਤੱਕ ਲਾਇਬ੍ਰੇਰੀ ਰਹਿਣਾ ਪੈਂਦਾ ਸੀ, ਕਿਉਂਕਿ ਨਹੀਂ ਤਾਂ ਫਾਈਨ ਲੱਗੂਗਾ, ਬਹੁਤ ਸਕਰੂਟਨੀ ਹੋਊਗੀ, ਸਰਵੇਲੈਂਸ ਹੋਊਗੀ, ਕਿੱਥੋਂ ਆਈਆਂ, ਕਿਉਂ ਆਈਆਂ, ਘਰੇ ਵੀ ਦੱਸਿਆ ਜਾਊਗਾ। ਤਾਂ ਉਹੋ ਜਿਹੇ ਵੀ ਦਿਨ ਦੇਖਿਆ ਆਪਾਂ। ਫਿਰ ਆਪਾਂ 2018 ਦੇ ਵਿੱਚ ਕਾਊਂਸਲ 'ਚ ਆ ਕੇ ਐਸਐਫਐਸ ਇਸ ਸੰਘਰਸ਼ ਨੂੰ ਕਨਕਲੂਸਿਵ ਫਾਰਮ ਦਿੰਦੀ ਹੈ। 1.5 ਮਹੀਨਾ ਸਟਰਗਲ ਹੁੰਦਾ ਆ। ਕੁੜੀਆਂ ਦੇ ਹੋਸਟਲ ਦੇ ਬਾਹਰ ਬਹਿ ਕੇ ਸਟਰਗਲ ਹੁੰਦਾ, ਜਿੱਥੇ ਆਪਾਂ ਖੜੇ ਹਾਂ ਇਸੇ ਧਰਤੀ 'ਤੇ ਸਟਰਗਲ ਹੁੰਦਾ ਆ। ਕੁੜੀਆਂ ਦਾ ਇਕੱਠ ਜਿੰਦੇ ਤੋੜ ਕੇ ਬਾਹਰ ਆਉਂਦਾ ਗਾ। ਲਗਾਤਾਰ ਪੈਂਫਲੇਟ ਵੰਡੇ ਜਾਂਦੇ ਆ, ਰੂਮ ਟੂ ਰੂਮ ਕੈਂਪੇਨ ਕੀਤੀ ਜਾਂਦੀ ਹੈ। ਇਹ ਇੱਕ ਸਮਝ ਪੈਦਾ ਕੀਤੀ ਜਾਂਦੀ ਹੈ ਵੀ ਆਪਾਂ ਨੂੰ ਅਥਾਰਟੀ ਤੋਂ ਇਕੁਅਲ ਟਰੀਟਮੈਂਟ ਚਾਹੀਦੀ ਹੈ। ਜੋ ਇਕੁਅਲ ਟਰੀਟਮੈਂਟ ਨਹੀਂ ਮਿਲੀ, ਆਪਾਂ ਘਰੇ ਵੀ ਬੰਦ ਸੀ, ਆਪਾਂ ਇੱਥੇ ਵੀ ਬੰਦ ਹੋ ਕੇ ਰਹਿ ਜਾਵਾਂਗੇ। ਤਾਂ ਉਹ ਐਸਐਫਐਸ ਦੀ ਵੱਡੀ ਦੇਣ ਹੈ ਇਸ ਕੈਂਪਸ ਦੇ ਵਿੱਚ। ਮਤਲਬ ਇਹ ਜਿਹੜੀਆਂ ਤਮਾਮ ਆਪਣੀਆਂ ਅਚੀਵਮੈਂਟਸ ਨੇ, ਜਿਹੜਾ ਆਪਣਾ ਹਿਸਟਰੀ ਆ, ਅਨਕੰਪਰੋਮਾਈਜ਼ਿੰਗ ਸਟਰਗਲ ਦੀ ਹਿਸਟਰੀ ਹੈ, ਪੀਯੂ ਅਥਾਰਟੀ ਦੇ ਅਗੇਂਸਟ ਇੱਕ ਜੈਨੂਅਨ ਆਪੋਜੀਸ਼ਨ ਦੀ ਹਿਸਟਰੀ ਹੈ ਆਪਣੀ। ਉਹ ਹਿਸਟਰੀ ਦੇ ਦਮ 'ਤੇ ਅਸੀਂ ਦਾਅਵਾ ਕਰਦੇ ਹਾਂ ਕਿ ਅਸੀਂ ਸਟੂਡੈਂਟ ਦੇ ਸੱਚੇ ਰਿਪਰੈਜ਼ੈਂਟੇਟਿਵ ਹਾਂ। ਤਾਂ ਉਹ ਮਤਲਬ ਇਹ ਦਾਅਵੇ ਦੇ ਨਾਲ ਅਸੀਂ ਅੱਜ ਆਪਾਂ ਮਤਲਬ ਸਟੂਡੈਂਟਸ ਨੂੰ ਦੱਸਦੇ ਹਾਂ ਵੀ ਤੁਸੀਂ ਐਸਐਫਐਸ ਨੂੰ ਚੁਣੋ, ਕਿਉਂਕਿ ਐਸਐਫਐਸ ਸਟੂਡੈਂਟਸ ਦੀ ਆਪਦੀ ਪਾਰਟੀ ਹੈ। ਐਸਐਫਐਸ ਦੀ ਬਾਹਰ ਕੋਈ ਪੋਲੀਟੀਕਲ ਐਫੀਲੀਏਸ਼ਨ ਨਹੀਂ ਹੈਗੀ। ਸਾਨੂੰ ਕਿਤੋਂ ਬਾਹਰੋਂ ਫੰਡ ਨਹੀਂ ਆਉਂਦਾ ਹੈਗਾ। ਸਾਡਾ ਸਾਰਾ ਖਰਚਾ ਵੀ ਸਟੂਡੈਂਟਸ ਤੋਂ ਆਉਂਦਾ, ਸਾਡੀ ਇਮੀਡੀਏਟ ਅਕਾਊਂਟੇਬਿਲਿਟੀ ਵੀ ਸਟੂਡੈਂਟਸ ਤੋਂ ਆਉਂਦੀ ਹੈ, ਸਾਡੀ ਬਾਟਮ ਅਪ ਅਪਰੋਚ ਹੈ, ਮੁੱਦੇ ਵੀ ਸਟੂਡੈਂਟਸ ਤੋਂ ਆਉਂਦੇ ਨੇ। ਐਸਐਫਐਸ ਬਸ ਸਟੂਡੈਂਟਸ ਨੂੰ ਮੋਬਿਲਾਈਜ਼ ਕਰਦੀ ਹੈ। ਅਸੀਂ ਸਾਰਾ ਕੁਝ ਜਿੰਨਾ ਹੁਣ ਤੱਕ ਹੱਲ ਕਰਾਇਆ ਹੈਗਾ, ਚਾਹੇ ਫੀਸਾਂ ਦਾ ਮਸਲਾ ਹੋਵੇ, ਚਾਹੇ ਗਰਲਸ ਹੋਸਟਲ 24x7 ਦਾ ਮਸਲਾ ਹੋਵੇ, ਉਹ ਸਟੂਡੈਂਟ ਯੂਨਿਟੀ ਦੇ ਦਮ 'ਤੇ ਕਰਾਏਗਾ। ਅੱਛਾ, ਐਸਐਫਐਸ ਵੱਲੋਂ ਹੀ ਕਨੂਪ੍ਰਿਆ ਜਦੋਂ ਜਿੱਤੇ ਸੀਗੇ ਤਾਂ ਉਹ ਪਹਿਲੇ ਵੂਮਨ ਪ੍ਰੈਜ਼ੀਡੈਂਟ ਬਣੇ ਸੀਗੇ, ਉਹ ਵੀ ਇੱਕ ਬੜੀ ਵੱਡੀ ਗੱਲ ਸੀਗੀ। ਤੇ ਦੁਬਾਰਾ ਉਹਨਾਂ ਨੂੰ ਮੌਕਾ ਨਹੀਂ ਮਿਲਿਆ, ਐਸਐਫਐਸ ਦੁਬਾਰਾ ਮੌਕਾ ਨਹੀਂ ਮਿਲਿਆ, ਉਹਦੇ ਪਿੱਛੇ ਕੀ ਕਾਰਨ ਮੰਨਦੇ ਹੋ? ਤੇ ਇਸ ਵਾਰ ਜੇ ਤੁਹਾਨੂੰ ਫੇਰ ਮੌਕਾ ਮਿਲ ਜਾਂਦਾ ਐਸਐਫਐਸ ਨੂੰ ਹੀ, ਤੇ ਤੁਸੀਂ ਕਿਵੇਂ ਦਾ ਜਿਹੜਾ ਉਹ ਉਸ ਵੇਲੇ ਜੋ ਕੰਮ ਹੋਇਆ ਜਾਂ ਉਹਨਾਂ ਨੇ ਕੀ ਇਹੋ ਜਿਹਾ ਕੰਮ ਕੀਤਾ ਜਿਹੜਾ ਤੁਸੀਂ ਉਸ ਨੂੰ ਅੱਗੇ ਲੈ ਕੇ ਜਾਓਗੇ? ਦੁਬਾਰਾ ਮੌਕਾ ਮਤਲਬ ਅਸਲ 'ਚ ਇੱਕੋ ਵਾਰੀ ਕੰਟੈਸਟ ਕਰ ਸਕਦਾ ਇੱਕ ਬੰਦਾ ਲਿੰਗ ਦੋ ਨੋਰਮਸ ਦੇ ਅਕੋਰਡਿੰਗ। ਅਤੇ ਜੇ ਆਰਗੇਨਾਈਜੇਸ਼ਨ ਦੀ ਗੱਲ ਕਰੀਏ ਤਾਂ ਦੁਬਾਰਾ ਆਰਗੇਨਾਈਜੇਸ਼ਨ ਨੂੰ ਮੌਕਾ, ਆਪਾਂ ਨੂੰ ਭਰੋਸਾ ਹੈਗਾ ਵੀ ਮਤਲਬ ਜਿਹੜੇ ਸਟੂਡੈਂਟਸ ਨੇ ਉਹ ਦੇਣਗੇ, ਜ਼ਰੂਰ ਮੌਕਾ ਦੇਣਗੇ। ਮਤਲਬ ਅਸਲ ਦੇ ਵਿੱਚ ਇੱਥੇ ਇੱਕ ਬਹੁਤ ਜਿਹੜੀ ਸ਼ੋਸ਼ੇਬਾਜ਼ੀ ਚੱਲਦੀ ਹੈ, ਮਨੀ ਮਰਸਲ ਪਾਰ ਦੀ ਪੋਲੀਟਿਕਸ ਚੱਲਦੀ ਹੈ। ਮਤਲਬ ਸਾਡੀ ਲੜਾਈ ਜਿਹੜੇ ਇਸ਼ੂਜ਼ ਨੇ ਉਹਨਾਂ ਨਾਲ ਵੀ ਹੁੰਦੀ ਹੈ, ਸਾਡੀ ਲੜਾਈ ਉਹਨਾਂ ਨਾਲ ਵੀ ਹੁੰਦੀ ਹੈ ਜਿਹੜੇ ਇੱਥੇ ਝੂਠੇ ਸਟੂਡੈਂਟ ਰਿਪਰੈਜ਼ੈਂਟੇਟਿਵ ਨੇ, ਜਿਹੜੇ ਇੱਥੇ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਮਨੀ ਮਸਲ ਪਾਰ ਦੀ ਧੌਂਸ ਨਾਲ ਸਟੂਡੈਂਟਸ ਨੂੰ ਆਪਦੀ ਵੋਟ ਵੇਚਣਾ ਸਿਖਾਉਂਦੇ ਨੇ। ਤਾਂ ਉਹ ਲੜਾਈ ਦੇ ਚੱਲਦੇ ਮਤਲਬ ਉਹਦੇ ਨਾਲ ਸਾਡੀ ਸਟਰਗਲ ਹੈਗੀ ਹੈ। ਅਤੇ ਜੇ ਇਸ ਵਾਰ ਸਾਨੂੰ ਸਟੂਡੈਂਟ ਮੈਂਡੇਟ ਦਿੰਦੇ ਨੇ, ਜਿਹੜੀ ਇਹ ਯੂਨੀਵਰਸਿਟੀ ਹੈ ਇਹਨੂੰ ਲਗਾਤਾਰ ਖਰਾਬ ਕੀਤਾ ਜਾ ਰਿਹਾ, ਇੰਫਰਾਸਟਰਕਚਰ 'ਚ ਦਿੱਕਤਾਂ ਨੇ, ਛੋਟੇ ਮਿਨਿਊਟ ਦਿੱਕਤਾਂ ਆਪਾਂ ਨੂੰ ਹਰ ਲੈਵਲ 'ਤੇ, ਹਰ ਹੋਸਟਲ ਦੇ ਵਿੱਚ ਕੁਛ ਨਾ ਕੁਛ ਖਰਾਬੀ ਹੈ, ਹਰ ਡਿਪਾਰਟਮੈਂਟ ਦੇ ਵਿੱਚ, ਲੈਬਸ ਦੇ ਵਿੱਚ ਕੋਈ ਨਾ ਕੋਈ ਇਕੁਇਪਮੈਂਟਸ ਦੀ ਕਮੀ ਹੈ, ਕੋਈ ਨਾ ਕੋਈ ਦਿੱਕਤਾਂ ਨੇ। ਉਹ ਦਿੱਕਤ ਨੂੰ ਆਪਾਂ ਜੋੜਦੇ ਹਾਂ ਵੀ ਜਿਹੜੀ ਨੈਸ਼ਨਲ ਆਪਣੀ ਗਵਰਨਮੈਂਟ ਹੈ ਉਹਦੀ ਪੋਲਿਸੀ ਹੈ ਸਿੱਖਿਆ ਨੂੰ ਵੇਚਣ ਦੀ, ਉਹਦੀ ਪੋਲਿਸੀ ਹੈ ਐਜੂਕੇਸ਼ਨ ਦਾ ਫੰਡ ਕੱਟ ਕਰਨ ਦੀ, ਉਹਨੇ ਬਕਾਇਦਾ ਪੋਲਿਸੀ ਦੇ ਥਰੂ ਐਜੂਕੇਸ਼ਨ ਦੇ ਵਿੱਚ ਪ੍ਰਾਈਵੇਟਾਈਜੇਸ਼ਨ ਲੈ ਕੇ ਆਂਦੀ, ਉਹਦੇ ਉਲਟ ਆਪਣੀ ਲੜਾਈ ਹੈ, ਉਹ ਆਪਾਂ ਲੜਾਂਗੇ। ਮਤਲਬ ਉਹਦਾ ਇੱਕ ਆਪਾਂ ਨੂੰ ਸਿੰਪਟਮ ਮਿਲਦਾ ਹੈਗਾ ਫੀ ਹਾਈਕ ਉਹਦਾ ਸਿੰਪਟਮ ਆ। ਬੱਚਿਆਂ ਤੋਂ ਪੈਸੇ ਵਸੂਲੋ, ਸਰਕਾਰ ਪੈਸੇ ਨਹੀਂ ਦੇਊਗੀ, ਹੈ ਨਾ। ਤਾਂ ਫੀ ਹਾਈਕ ਦੇ ਉਲਟ ਆਪਾਂ ਸੰਘਰਸ਼ ਕਰਾਂਗੇ, ਪਹਿਲਾਂ ਵੀ ਕੀਤਾ, ਹੁਣ ਵੀ ਕਰਾਂਗੇ। ਮਤਲਬ ਪਿਛਲੇ ਦਿਨਾਂ ਦੇ ਵਿੱਚ ਵੀ ਆਪਾਂ UIT ਜਿਹੜਾ ਬਲਾਕ ਹੈ ਉਹਦੇ ਬਾਹਰ ਇੱਕ ਵੱਡਾ ਮੋਬਿਲਾਈਜੇਸ਼ਨ ਕੀਤੀ, ਫੀਸਾਂ ਦੇ ਉਲਟ ਸੰਘਰਸ਼ ਲੜਿਆ। ਅਤੇ ਉਸ ਤੋਂ ਬਿਨਾਂ ਦੂਜਾ ਮੇਨ ਮੁੱਦਾ ਆਪਾਂ ਮੰਨਦੇ ਜਿਹੜਾ ਸਟੂਡੈਂਟ ਦਾ ਹੈਗਾ, ਉਹ ਹੈਗਾ ਹੋਸਟਲ ਐਲੋਕੇਸ਼ਨ ਦਾ। ਹੋਸਟਲ ਐਲੋਕੇਸ਼ਨ 'ਚ ਬਹੁਤ ਵੱਡੀ ਘਪਲੇਬਾਜ਼ੀ ਹੋ ਰਹੀ ਹੈ। ਪੀਯੂ ਅਥਾਰਟੀ ਦੇ ਕੁਝ ਫੇਵਰੇਟ ਆਰਗੇਨਾਈਜੇਸ਼ਨ ਜਿਹੜੀਆਂ ਉਹਨਾਂ ਦੀਆਂ ਆਪਦੀਆਂ ਨੇ,
ਉਹਨਾਂ ਨੂੰ ਉਹ ਹੋਸਟਲ ਗੈਸਟ ਬੇਸਿਸ ਤੇ ਅਲਾਟ ਕਰ ਰਹੇ ਨੇ। ਮਤਲਬ ਉਹਨਾਂ ਦੇ ਥਰੂ ਆਫ ਦੇ ਮਤਲਬ ਜਿਹੜੇ ਉਹ ਆਰਗੇਨਾਈਜ਼ ਜਿਵੇਂ ABVP ਹੋ ਗਈ, ਉਹਨਾਂ ਨੇ ਆਪਦਾ ਗੈਸਟ ਬੇਸਿਸ ਤੇ ਹੋਸਟਲ ਕਿਸੇ ਨਾ ਕਿਤੇ ਡਿਪਾਰਟਮੈਂਟ 'ਚ ਦਵਾਤਾ, ਉਸ ਤੋਂ ਆਪਣੀ ਵੋਟ ਬੈਂਕ ਪੱਕੀ ਕਰਨ ਨੂੰ ਫਿਰਦੇ ਨੇ। ਮਤਲਬ ਇਹ ਬਹੁਤ ਵੱਡੀ ਇੱਕ ਸਮੱਸਿਆ ਹੈਗੀ ਹੈ, ਪਰ ਉਹਦੇ ਬਾਵਜੂਦ ਵੀ ਸਾਨੂੰ ਪਤਾ ਹੈ ਵੀ ਸਟੂਡੈਂਟ ਇੱਕ ਬਹੁਤ ਸੂਝਵਾਨ ਤਬਕਾ ਹੁੰਦਾ ਸਮਾਜ ਦਾ, ਉਹ ਸਾਰੀਆਂ ਗੱਲਾਂ ਨੂੰ ਸਮਝਦੇ ਨੇ। ਪਰ ਜਿਹੜਾ ਹੋਸਟਲ ਹੈ, ਫਿਰ ਵੀ ਹੋਸਟਲ ਇੱਕ ਆਪਣਾ ਹੱਕ ਹੈ, ਆਪਣੇ ਹੱਕ ਵਾਸਤੇ ਆਪਾਂ ਨੂੰ ਇਹ ਭਿਖਾਰੀ ਬਣਾ ਕੇ ਰੱਖਦੇ ਨੇ। 18 ਦੇ ਵਿੱਚ ਕਾਉਂਸਲ 'ਚ ਆ ਕੇ ਅਸੀਂ ਇੱਕ ਔਨਲਾਈਨ ਪੋਰਟਲ ਚਲਵਾਇਆ ਸੀ। ਉਹ ਔਨਲਾਈਨ ਪੋਰਟਲ ਦੇ ਵਿੱਚ ਹੋਸਟਲ ਐਲੋਕੇਸ਼ਨ 'ਚ ਇੱਕ ਹੱਦ ਤੱਕ ਟਰਾਂਸਪੇਰੈਂਸੀ ਇੰਸ਼ੋਰ ਹੋਈ ਸੀ, ਗੈਸਟ ਬੇਸਿਸ 'ਤੇ ਹੋਸਟਲ ਬੰਦ ਹੋਏ ਸੀ। ਉਹ ਫਿਰ PU ਅਥਾਰਟੀ ਨੇ ਬੰਦ ਕਰਤਾ ਲੋਕਡਾਊਨ ਦੀ ਆੜ ਦੇ ਵਿੱਚ, ਇਹ ਕਹਿ ਕੇ ਵੀ ਇਨਫਰਾਸਟ੍ਰਕਚਰ ਹੈ ਨਹੀਂਗਾ। ਉਹ ਆਪਾਂ ਫਿਰ ਤੋਂ ਰੀਇਨਸਟੇਟ ਕਰਾਉਣਾ, ਇਹ ਦੂਜਾ ਵੱਡਾ ਮੁੱਦਾ ਗਾ। ਤੀਜਾ ਵੱਡਾ ਮੁੱਦਾ ਹੈਗਾ ਜਿਹਦੇ ਉੱਤੇ ਅਸੀਂ ਸੰਘਰਸ਼ ਕਰਾਂਗੇ, ਉਹ ਹੈਗਾ ਇਸ ਕੈਂਪਸ ਦੇ ਵਿੱਚ 700 ਟੀਚਿੰਗ ਦੀਆਂ ਪੋਸਟਾਂ ਖਾਲੀ ਨੇ। 700 ਟੀਚਿੰਗ ਦੀਆਂ ਪੋਸਟਾਂ ਖਾਲੀ ਦਾ ਮਤਲਬ ਰਿਸਰਚ ਸਕਾਲਰਾਂ ਨੂੰ ਕਲਾਸ ਲੈਣੀ ਪੈ ਰਹੀ ਹੈ ਮਜਬੂਰਨ। ਕਈ ਵਾਰੀ ਮਹੀਨੇ ਕਲਾਸਾਂ ਨਹੀਂ ਹੁੰਦੀਆਂ। ਆਈਸਰ ਡਿਪਾਰਟਮੈਂਟ 'ਚ ਕੋਈ ਟੀਚਰ ਨਹੀਂ ਹੈਗਾ, ਗੁਰੂ ਨਾਨਕ ਸਟਿਕ ਸਟੱਡੀ 'ਚ ਕੋਈ ਟੀਚਰ ਨਹੀਂ ਹੈਗਾ, ਪੰਜਾਬੀ ਡਿਪਾਰਟਮੈਂਟ 3 ਟੀਚਰ ਉੱਤੇ ਸਰਵਾਈਵ ਕਰ ਰਿਹਾ। ਤਾਂ ਉਹ ਟੀਚਿੰਗ ਦੀਆਂ ਭਰਤੀਆਂ ਹੋਣ, ਉਹ ਭਰੀਆਂ ਜਾਣ, ਕਿਉਂਕਿ ਨਹੀਂ ਤਾਂ ਰਿਸਰਚ ਸਕਾਲਰਾਂ ਦੀ ਪੜ੍ਹਾਈ ਵੀ ਖਰਾਬ ਹੁੰਦੀ ਹੈ, ਸਟੂਡੈਂਟ ਨੂੰ ਵੀ ਕੁਆਲਿਟੀ ਐਜੂਕੇਸ਼ਨ ਨਹੀਂ ਮਿਲ ਪਾਉਂਦੀ। ਤਾਂ ਇਹ ਮੁੱਦਿਆਂ ਦੇ ਇਰਦ ਗਿਰਦ ਆਪਣੇ ਜਿਹੜੇ ਆਉਣ ਵਾਲੇ ਦਿਨ ਨੇ ਉਹਨਾਂ 'ਚ ਆਪਾਂ ਸੰਘਰਸ਼ ਕਰਾਂਗੇ। ਅੱਛਾ, ਕਨੂਪ੍ਰਿਆ ਦੇ ਜਿੱਤਣ ਤੋਂ ਬਾਅਦ ਕੁੜੀਆਂ ਨੂੰ ਕਿੰਨੀ ਕੁ ਮੋਟੀਵੇਸ਼ਨ ਮਿਲੀ ਹੈ, ਤੇ ਹੁਣ ਕੈਂਪੇਨਿੰਗ ਹੁੰਦੀ ਹੈ ਜਾਂ ਜੋ ਵੀ ਹੋਵੇ, ਅਵੇਅਰਨੈਸ ਕਿੰਨੀ ਕੁ ਦੇਖ ਰਹੇ ਹੋ, ਕਿੰਨਾ ਕੁ ਪਿਛਲੇ 2-4 ਸਾਲਾਂ ਦੇ ਵਿੱਚ ਚੇਂਜ ਆਇਆ, ਸਪੈਸ਼ਲੀ ਜੇ ਕੁੜੀਆਂ ਦੀ ਆਪਾਂ ਗੱਲ ਕਰੀਏ? ਇਸ ਵਾਰੀ ਤੁਸੀਂ ਦੇਖ ਰਹੇ ਹੋਵੋਗੇ, ਸੋ ਕੈਂਪੇਨਿੰਗ ਕੁੜੀਆਂ ਵਾਲੇ ਪੱਖੋਂ ਵੇਖੀਏ ਤਾਂ ਪਿਛਲੀ ਵਾਰ ਨਾਲੋਂ ਕਾਫੀ ਡਿਫਰੈਂਟ ਹੈ ਇਸ ਵਾਰ। ਮਤਲਬ ਇਸ ਕੈਂਪਸ ਦੇ ਵਿੱਚ ਪਹਿਲੀ ਫੀਮੇਲ ਪ੍ਰਧਾਨ ਬਣਨ ਦਾ ਅਸਰ ਇਹ ਹੋਇਆ ਕਿ ਬਹੁਤ ਜ਼ਿਆਦਾ ਇੰਪਾਵਰਮੈਂਟ ਹੋਈ, ਕਿਉਂਕਿ ਜਦੋਂ ਇੱਕ ਕੁੜੀ ਪ੍ਰਧਾਨ ਲੱਗਦੀ ਹੈ, ਸਾਰੀਆਂ ਕੁੜੀਆਂ ਉਹਦੇ ਵਿੱਚ ਆਪਦੀ ਪਾਵਰ ਮਹਿਸੂਸ ਕਰਦੀਆਂ ਨੇ। ਮਤਲਬ ਉਹ ਉਹਨਾਂ ਦਾ ਅਸਲੀ ਨੁਮਾਇੰਦਾ ਬਣ ਜਾਂਦਾ ਵੀ ਸਾਡੀ ਟਰੂ ਰਿਪਰੈਜ਼ੈਂਟੇਟਿਵ ਤਾਂ ਇਹੀ ਹੈ। ਉਹ ਤੋਂ ਬਾਅਦ ਕੁੜੀਆਂ ਦੇ ਹੋਸਟਲ ਦਾ ਸੰਘਰਸ਼ ਵੀ ਸਪਾਰਕ ਹੋਇਆ, 1.5 ਮਹੀਨਾ ਸਟਰਗਲ ਵੀ ਚੱਲਦਾ, ਬਹੁਤ ਹੁਮ ਕੇ ਕੁੜੀਆਂ ਪਹੁੰਚੀਆਂ, ਉਹਨਾਂ ਨੇ ਮਤਲਬ ਹਰ ਤਰ੍ਹਾਂ ਦੇ ਜਿਹੜੇ ਪ੍ਰੋਟੈਸਟ ਦੇ ਕੰਮ ਨੇ ਉਹ ਕੀਤੇ ਹੈ ਨਾ। ਉਹ ਤੋਂ ਬਾਅਦ ਸੈਨੇਟ ਨੂੰ ਬਾਏ ਰੂਲ ਜ਼ਬਰਦਸਤੀ ਲਿਖਣਾ ਪਿਆ ਵੀ ਹਾਂ ਤੁਹਾਨੂੰ ਆਪਾਂ ਕੁੜੀਆਂ ਦਾ ਹੋਸਟਲ 24 ਘੰਟੇ ਦੇ ਦਿੰਦੇ ਹਾਂ। ਅਤੇ ਜਿਹੜਾ ਮਤਲਬ ਲੋਕਡਾਊਨ ਦਾ ਇੱਕ ਅਸਰ ਪਿਆ ਹੈਗਾ, ਮਤਲਬ ਲੋਕਡਾਊਨ ਦੇ ਵਿੱਚ 2 ਸਾਲ ਦਾ ਇੱਕ ਪੋਲੀਟੀਕਲ ਵੈਕਿਊਮ ਰਿਹਾ, ਜਿਹਦੇ ਵਿੱਚ ਆਪਾਂ ਸਰਗਰਮੀਆਂ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਜਦੋਂ ਪੋਲੀਟੀਕਲ ਵੈਕਿਊਮ ਇੱਕ ਆ ਜਾਂਦਾ, ਉਹਦਾ ਸਭ ਤੋਂ ਵੱਧ ਅਸਰ ਕੁੜੀਆਂ 'ਤੇ ਹੁੰਦਾ, ਕਿਉਂਕਿ ਕੁੜੀਆਂ ਨੂੰ ਆਲਰੇਡੀ ਪੋਲੀਟਿਕਸ ਤੋਂ ਬਹੁਤ ਵਰਜਿਆ ਜਾਂਦਾ। ਤਾਂ ਲੋਕਡਾਊਨ ਤੋਂ ਬਾਅਦ ਹੁਣ ਜਦੋਂ 6 ਮਹੀਨੇ ਹੋਏ ਆ ਕੈਂਪਸ ਖੁੱਲ੍ਹੇ ਨੂੰ, ਇਲੈਕਸ਼ਨ 2 ਸਾਲ ਬਾਅਦ ਆ ਰਹੇ ਨੇ, ਇੱਕ ਸੈਕਸ਼ਨ ਕੁੜੀਆਂ ਦਾ ਬਹੁਤ ਚੰਗਾ ਰਿਸਪੌਂਸ ਦੇ ਰਿਹਾ ਹੈਗਾ, ਜਿਹੜਾ ਕਿ ਮਤਲਬ ਪਹਿਲਾਂ ਵੀ ਸਾਡੇ ਨਾਲ ਜੁੜਿਆ ਹੋਇਆ ਸੀ 18 ਤੋਂ 17 ਤੋਂ ਹੈ ਨਾ। ਉਸ ਤੋਂ ਬਿਨਾਂ ਜਿਹੜਾ ਨਵਾਂ ਸੈਕਸ਼ਨ ਹੈ ਕੁੜੀਆਂ ਦਾ, ਉਹਨਾਂ ਕੋਲ ਜਦੋਂ ਆਪਾਂ ਡੀਟੇਲ ਗੱਲਬਾਤ ਲੈ ਕੇ ਜਾਂਦੇ ਹਾਂ ਵੀ ਇਸ ਯੂਨੀਵਰਸਿਟੀ ਦੇ ਵਿੱਚ SFS ਨੇ ਕੀ ਸੰਘਰਸ਼ ਲੜੇ, PU ਕੈਸ਼ ਇਸਟੈਬਲਿਸ਼ ਕਰਾਉਣ ਵਾਸਤੇ, ਕੁੜੀਆਂ ਦਾ ਹੋਸਟਲ 24 ਘੰਟੇ ਕਰਾਉਣ ਵਾਸਤੇ, ਹਰਾਸਮੈਂਟ ਦੇ ਕੇਸਿਸ ਉਲਟ ਆਪਾਂ ਕੀ ਕੁਛ ਇੱਥੇ ਕੀਤਾ ਹੈ ਨਾ, ਜਾਂ ਹੋਰ ਬਹੁਤ ਫੀ ਹਾਈਕ ਦੇ ਉਲਟ ਆਪਾਂ ਇੱਥੇ ਕੀ ਕੁਛ ਕੀਤਾ, ਤਾਂ ਕੁੜੀਆਂ ਦਾ ਬਹੁਤ ਭਰਵਾਂ ਹੁੰਗਾਰਾ ਮਿਲਦਾ ਸਾਨੂੰ। ਮਤਲਬ ਵੀ ਉਹ ਜਿਹੜਾ ਪੋਲੀਟੀਕਲ ਵੈਕਿਊਮ ਹੈ ਉਹ ਅਸੀਂ ਭਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਅਤੇ ਉਹ ਇਲੈਕਸ਼ਨ ਨੇ ਉਹ 'ਚ ਮਦਦ ਕੀਤੀ ਹੈ। ਉਹ ਪੋਲੀਟੀਕਲ ਵੈਕਿਊਮ ਭਰਿਆ ਜਾਊਗਾ, ਅਤੇ ਹੁਣ ਵੀ ਮਤਲਬ ਅਸੀਂ ਸਾਰੇ ਹੋਸਟਲਾਂ ਦੇ ਵਿੱਚ ਲਗਭਗ ਕੰਪੇਨ ਕਰ ਚੁੱਕੇ ਹਾਂ। ਸਾਡੀ ਬਹੁਤ ਵੱਡੀਆਂ ਟੀਮਾਂ ਜਾਂਦੀਆਂ ਨੇ ਹੋਸਟਲਾਂ 'ਚ ਕੰਪੇਨ ਕਰਨ ਨੂੰ। ਤਾਂ ਉਵੇਂ ਜਿਹੜੀ ਪੋਲੀਟੀਕਲ ਸਪੇਸ ਆ ਉਹ ਆਪਾਂ ਭਰਨੀ ਹੈ, ਮਤਲਬ ਜਿਹੜੀ ਖਾਲੀ ਪਈ ਹੈ ਹੁਣ, ਅਤੇ ਉਹ ਭਰੀ ਜਾ ਰਹੀ ਹੈ ਲਗਾਤਾਰ। ਅੱਛਾ, ਇੱਕ ਜਿਹੜੇ ਵਿਰੋਧੀ ਤੁਹਾਡੇ ਇਹ ਵੀ ਕਹਿੰਦੇ ਨੇ ਵੀ SFS ਆ ਜਿਹੜੀ ਉਹ ਹੁਣ ਤਾਂ ਲਗਭਗ ਫਿਨਿਸ਼ਡ ਹੈ, ਹੁਣ ਉਹ ਗੱਲ ਨਹੀਂ ਰਹੀ, ਬਾਕੀ ਪਾਰਟੀਆਂ 'ਚ ਹੀ ਮੁਕਾਬਲਾ ਹੈਗਾ, ਤੁਹਾਨੂੰ ਲੱਗਦਾ ਜਿਹਾ? ਮਤਲਬ ਉਹ ਤਾਂ ਦੇਖੋ ਜੇ 18 ਨੂੰ ਕਲੀਅਰ ਹੋ ਜਾਊਗਾ, ਮਤਲਬ ਇਹ ਇੱਕ ਇਹੋ ਜਿਹਾ ਫਾਲਤੂ ਜਿਹਾ ਆਰਗੂਮੈਂਟ ਹੈ, ਇਹਦਾ ਕੋਈ ਬਹੁਤਾ ਜਵਾਬ ਦੇਣਾ ਮੈਂ ਪਸੰਦ ਨਹੀਂ ਕਰਦੀ ਹੈਗੀ। ਇਹ ਵੀ ਜੇ ਡੰਮੀ ਕੈਂਡੀਡੇਟਸ ਬਾਰੇ ਬੜਾ ਕਿਹਾ ਜਾਂਦਾ ਹੈ ਵੀ ਉਹ ਤਾਂ ਜੀ ਡੰਮੀ ਕੈਂਡੀਡੇਟ ਹੈ, ਉਹ ਤਾਂ ਬਸ ਪੈਰਾਸ਼ੂਟ ਐਂਟਰੀ ਹੋਈ ਹੈ, ਕੋਈ ਜਾਣਦਾ ਨਹੀਂ ਸੀ। ਇਸ ਤਰ੍ਹਾਂ ਦੀਆਂ ਗੱਲਾਂ ਕਿਉਂ ਲੱਗਦਾ ਕਿਉਂ ਹੁੰਦੀਆਂ ਨੇ? ਵਾਕਈ ਪਾਰਟੀਆਂ ਵੱਲੋਂ ਡੰਮੀ ਕੈਂਡੀਡੇਟ ਖੜੇ ਕੀਤੇ ਜਾਂਦੇ ਨੇ? ਮਤਲਬ ਜੇ ਆਪਾਂ SFS ਦੀ ਗੱਲ ਕਰ ਲਈਏ ਤਾਂ SFS ਹਮੇਸ਼ਾ ਮਤਲਬ ਇੱਕ ਖਾਸ ਆਪਣਾ ਤਰੀਕਾ ਹੁੰਦਾ ਹੈ, ਸਾਰੇ ਸਟੂਡੈਂਟਸ ਦੇ ਵਿੱਚ ਸਹਿਮਤੀ ਹੁੰਦੀ ਹੈ ਵੀ ਆਪਾਂ ਇਹ ਬੰਦਾ ਪ੍ਰਧਾਨ ਲਾਉਣਾ, ਜਾਂ ਇਹ ਫੀਡਬੈਕ ਲਿਆ ਜਾਂਦਾ ਹੈ, ਆਪਣੇ ਸਾਰੇ ਸਪੋਰਟ ਬੇਸ ਤੋਂ ਫੀਡਬੈਕ ਲਿਆ ਜਾਂਦਾ ਹੈ ਨਾ। ਉਹਦੇ ਵਿੱਚ ਜਿਹੜੀ ਆਪਣੇ ਸਮਾਜ ਨੂੰ ਲੈ ਕੇ ਸਮਝ ਹੈ, ਜਿਹੜੇ ਆਪਾਂ ਮਤਲਬ ਹੁਣ ਤੱਕ ਸੰਘਰਸ਼ ਲੜੇ ਨੇ, ਉਹਨਾਂ ਦੀ ਇੱਕ ਚੰਗੀ ਸਮਝ ਵਾਲਾ ਇਨਸਾਨ ਜਾਂ ਕੋਈ ਵੀ ਕੈਂਡੀਡੇਟ ਲਾਇਆ ਜਾਂਦਾ ਹੈ ਨਾ। ਅਤੇ ਪਰ ਬਾਕੀ ਆਰਗੇਨਾਈਜੇਸ਼ਨ ਦੇ ਵਿੱਚ ਇੱਕ ਫਿਨੋਮੀਨਾ ਆਇਆ ਹੁਣ ਡੰਮੀ ਕੈਂਡੀਡੇਟ ਦਾ, ਤੁਸੀਂ ਮਤਲਬ ਜਿਹੜੀ ਗੱਲ ਕਰ ਰਹੇ ਹੋ ਡੰਮੀ ਕੈਂਡੀਡੇਟ ਦਾ ਇਸ਼ੂ ਹੈਗਾ ਗਾ। ਮਤਲਬ ਉਹ ਐਵੇਂ ਹੈ ਵੀ ਪ੍ਰਧਾਨਗੀ ਪਿੱਛੇ ਇੰਨੀਆਂ ਲੜਾਈਆਂ ਹੁੰਦੀਆਂ ਨੇ ਨਾ ਬਾਕੀ ਆਰਗੇਨਾਈਜੇਸ਼ਨ 'ਚ, ਖਾਸ ਕਰਕੇ ਜਿਨ੍ਹਾਂ ਦੇ ਨੈਸ਼ਨਲ ਪਾਰਟੀ ਸੀ, ਜਿਵੇਂ ਕਾਂਗਰਸ ਦੀ ਸਟੂਡੈਂਟ ਵਿੰਗ NSO 'ਚ ਬਹੁਤ ਵੱਡੀ, ਮਤਲਬ ਐਂ ਕਿਹਾ ਜਾਂਦਾ ਹੈ ਵੀ NSO ਨੂੰ ਹਰਾਊਗੀ, ਵੀ ਮਤਲਬ ਆਪਸ 'ਚ ਇਹੀ ਅਲਾਈਅੰਸ ਕਰ ਲੈਣ, ਇਹੀ ਬਹੁਤ ਵੱਡੀ ਗੱਲ ਹੈ, ਇੱਕ ਦੂਜੇ ਨਾਲ ਤਾਂ ਦੂਰ ਦੀ ਗੱਲ ਹੈ। ਹੁਣ ਉਹਦੇ ਵਿੱਚ ਇੱਕ ਖਾਸ ਗਰੁੱਪ ਦੇ ਬੰਦੇ ਨੂੰ ਹੀ ਕੈਂਡੀਡੇਟ ਮਿਲੇ ਤਾਂ ਉਹਦੇ ਕਰਕੇ ਡੰਮੀ ਕੈਂਡੀਡੇਟ ਬੁਲਾਇਆ ਜਾਂਦਾ। ਮਤਲਬ ਉਹਨੇ ਵਿਚਾਰੇ ਨੇ 10 ਦਿਨ ਹਲੇ ਯੂਨੀਵਰਸਿਟੀ ਦੇਖੀ ਵੀ ਨਹੀਂ ਸੀ, ਘੁੰਮੀ ਵੀ ਨਹੀਂ ਸੀ, ਅਤੇ ਉਹਨੂੰ ਉਹਦਾ ਪ੍ਰਧਾਨ ਲਾਤਾ।
ਮਤਲਬ ਇਹ ਫਿਨੋਮਨਾ ਚੱਲਦਾ ਰਿਹਾ। ਇਹ ਜਿਹੜੀ ਪ੍ਰਧਾਨਗੀ ਦੀ ਲੜਾਈ ਹੁੰਦੀ ਹੈ, ਮਤਲਬ ਲਾਈਮਲਾਈਟ 'ਚ ਆਉਣ ਦਾ ਜਿਹੜੀ ਇੱਕ ਹੋੜ ਹੁੰਦੀ ਹੈ ਵੀ ਸਾਨੂੰ ਵੀ ਲਾਈਮਲਾਈਟ ਮਿਲੇ, ਸਾਨੂੰ ਵੀ ਲਾਈਮਲਾਈਟ ਮਿਲੇ, ਉਹਦੇ ਚੱਕਰ 'ਚ ਇਹ ਫਿਨੋਮਨਾ ਚੱਲਦਾ ਹੀ ਹੈ ਡੰਮੀ ਕੈਂਡੀਡੇਟ। ਆਈ ਵਾਰੀ ਇਹੀ ਹੁੰਦਾ ਤਾਂ। ਤੁਸੀਂ ਅਲਾਈਅੰਸ ਦੀ ਗੱਲ ਕੀਤੀ ਹੈ ਵਿਚਾਰ ਕੋਈ ਜੇਕਰ ਨੌਬਤ ਆਈ ਤਾਂ ਅਲਾਈਅੰਸ ਕਰਨ ਨੂੰ ਤਿਆਰ ਹੋ ਜੀ ਕਿਸੇ ਖਾਸ ਤੌਰ ਤੇ ਜੇ ਕੋਈ ਟ੍ਰੈਡੀਸ਼ਨਲ ਜਿਹੜੀਆਂ ਪੋਲੀਟੀਕਲ ਪਾਰਟੀਆਂ ਦੇ ਨਾਲ ਜੁੜੀਆਂ ਹੋਈਆਂ ਪਾਰਟੀਆਂ ਨੇ, ਚਾਹੇ ਐਨਐਸਯੂਆਈ ਹੋਵੇ, ਸੋਈ ਹੋਵੇ, ਉਹਨਾਂ ਦੇ ਨਾਲ ਜੇਕਰ ਕੋਈ ਇਸ ਤਰ੍ਹਾਂ ਦੇ ਸਰਕਮਸਟੈਂਸਸ ਬਣਦੇ ਨੇ, ਤੁਸੀਂ ਤਿਆਰ ਹੋ? ਕੋਈ ਤੁਹਾਡਾ ਅਸੂਲ ਕੀ ਨੇ? ਨਹੀਂ, ਅਸੀਂ ਜੀ ਆਪਦੇ ਪੋਲੀਟੀਕਲ ਡਿਫਰੈਂਸਿਸ ਨੂੰ ਲੈ ਕੇ ਬਹੁਤ ਕਲੀਅਰ ਹਾਂ। ਐਸਐਫਐਸ ਦੀ ਬਾਹਰ ਕਿਸੇ ਵੀ ਪੋਲੀਟੀਕਲ ਪਾਰਟੀ ਨਾਲ ਕੋਈ ਵੀ ਐਫੀਲੀਏਸ਼ਨ ਨਹੀਂ ਹੈਗੀ, ਤੇ ਕੋਈ ਵੀ ਨੌਬਤ ਹੋਵੇ, ਕੁਝ ਵੀ ਕੋਈ ਵੀ ਹਾਲ ਹੋਵੇ, ਮਤਲਬ ਜੁਆਇੰਟ ਧਰਨੇ ਲੜ ਸਕਦੇ ਨੇ। ਸੈਨੇਟ ਦੇ ਧਰਨੇ ਵਿੱਚ ਸਾਰੀਆਂ ਪਾਰਟੀਆਂ ਨੇ ਹੁਮ ਕੇ ਪਾਰਟਿਸਿਪੇਟ ਕੀਤਾ, ਇੱਕ ਮਿਨੀਮਮ ਸਹਿਮਤੀ ਬਣਾ ਕੇ ਸੰਘਰਸ਼ ਲੜੇ ਜਾ ਸਕਦੇ ਨੇ, ਪਰ ਉਹ ਆਪਾਂ ਕਦੇ ਵੀ ਮਤਲਬ ਅਲਾਈਅੰਸ ਨਹੀਂ ਕਰਾਂਗੇ ਇਲੈਕਸ਼ਨਸ ਵਾਸਤੇ। ਸਟੂਡੈਂਟ ਪੋਲਿਟਿਕਸ ਦੇ ਵਿੱਚ ਆਪਾਂ ਇੱਕ ਤਰੀਕੇ ਦਾ ਉਹ ਡਿਫਰੈਂਸਿਸ ਹਮੇਸ਼ਾ ਰੱਖਾਂਗੇ, ਬਹੁਤ ਕਲੀਅਰ ਡਿਫਰੈਂਸਿਸ ਨੇ, ਉਹਨਾਂ ਨੂੰ ਉਵੇਂ ਹੀ ਰੱਖਦੇ ਹੋਏ ਮਤਲਬ ਉਸੇ ਸਪਿਰਿਟ ਦੇ ਵਿੱਚ ਇਕੱਲੇ ਹੀ ਲੜਾਂਗੇ, ਹਮੇਸ਼ਾ ਲੜਾਂਗੇ। ਜੀ ਮੈਮ, ਤੁਸੀਂ ਦੱਸੋ ਜੀ ਕੀ ਨਾਮ ਹੈ ਤੇ ਤੁਸੀਂ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਐਸਐਫਐਸ ਦੇ ਉਹਨਾਂ ਦੀ ਸਪੋਰਟ ਕਰ ਰਹੇ ਹੋ, ਕੰਪੇਨਿੰਗ ਦੇ ਵਿੱਚ ਵੀ ਲੱਗੇ ਹੋਏ ਹੋ। ਤੁਹਾਡੇ ਵਰਗੀਆਂ ਹੋਰ ਜਿਹੜੀਆਂ ਕੁੜੀਆਂ ਨੇ ਉਹ ਕਿੰਨਾ ਕੁ ਹੁਣ ਜਿਹੜਾ ਤੁਹਾਡਾ ਇੰਟਰਸਟ ਵਧਿਆ ਹੈਗਾ ਤੇ ਕਿੰਨੀ ਕੁ ਅਵੇਅਰਨੈਸ ਆਈ ਹੈ ਪਿਛਲੇ 2-4 ਸਾਲਾਂ 'ਚ? ਮੇਰਾ ਨਾਮ ਪ੍ਰਿਆ ਹੈ, ਮੈਂ ਰਿਸਰਚ ਸਕਾਲਰ ਹਾਂ ਕੈਮਿਸਟਰੀ ਡਿਪਾਰਟਮੈਂਟ ਤੋਂ, ਤੇ ਮੈਂ 2011 ਤੋਂ ਲੈ ਕੇ 2022 ਤੱਕ ਪੰਜਾਬ ਯੂਨੀਵਰਸਿਟੀ ਦੇ ਵਿੱਚ ਹਾਂ। 2014 ਤੋਂ ਮੈਂ ਐਸਐਫਐਸ ਦੇ ਵਿੱਚ ਐਕਟਿਵ ਹਾਂ। ਮਤਲਬ ਮੈਂ ਇੱਕ ਪੂਰੇ ਦਾ ਪੂਰੇ ਟਾਈਮ ਦੇਖਿਆ ਹੈ ਕਿ ਜਦੋਂ ਕੁੜੀਆਂ ਬਿਲਕੁਲ ਹੀ ਇਨਐਕਟਿਵ, ਕਿ ਜਦੋਂ ਉਹਨਾਂ ਨੂੰ ਬਹੁਤ ਚੀਜ਼ਾਂ ਸਮਝਾਉਣੀਆਂ ਪੈਂਦੀਆਂ ਸੀ, ਤੇ ਹੁਣ ਚੀਜ਼ਾਂ ਬਹੁਤ ਨਾਰਮਲਾਈਜ਼ ਨੇ ਉਹਨਾਂ ਲਈ। 2014 ਦੇ ਵਿੱਚ ਜਦੋਂ ਅਸੀਂ ਕੁੜੀਆਂ ਕੋਲੇ ਸਟਰਗਲ ਲੈ ਕੇ ਚੱਲਦੇ ਸੀਗੇ ਕਿ ਹਾਂ ਵੀ 9 ਵਜੇ ਕਿਉਂ ਕੁੜੀਆਂ ਦੇ ਗੇਟ ਬੰਦ ਹੋ ਜਾਂਦੇ ਨੇ, ਗੇਟ ਖੁੱਲ੍ਹਣੇ ਚਾਹੀਦੇ ਨੇ, ਜੇ ਉਹ ਸੜਕਾਂ ਮੁੰਡਿਆਂ ਦੀਆਂ ਨੇ ਤਾਂ ਉਹ ਸੜਕਾਂ ਤੇ ਕੁੜੀਆਂ ਦਾ ਵੀ ਉਨਾ ਹੀ ਹੱਕ ਹੈ। ਤਾਂ ਕੁੜੀਆਂ ਲਈ ਉਹ ਚੀਜ਼ ਬਹੁਤ ਉਹ ਹੁੰਦੀ ਸੀਗੀ, ਐਬਨੋਰਮਲ ਹੁੰਦੀ ਸੀ ਵੀ ਨਹੀਂ ਬਈ ਕੁੜੀਆਂ ਤਾਂ ਅੰਦਰ ਬੰਦ ਹੁੰਦੀਆਂ ਨੇ, ਘਰਾਂ ਦੇ ਵਿੱਚ ਵੀ ਤਾਂ ਅਸੀਂ 8 ਵਜੇ ਬਾਹਰ ਨਹੀਂ ਨਿਕਲਦੇ ਹੈਗੇ, ਤਾਂ ਹੋਸਟਲਾਂ 'ਚ ਕਿਉਂ ਬਾਹਰ ਨਿਕਲੀਏ। ਤਾਂ ਸਾਨੂੰ ਪੂਰਾ 5 ਸਾਲ ਦਾ ਇੱਕ ਟਾਈਮ ਲੱਗਿਆ ਕੁੜੀਆਂ ਨੂੰ ਆਹ ਚੀਜ਼ ਫੀਲ ਕਰਾਉਣ ਲਈ ਕਿ ਯੂਨੀਵਰਸਿਟੀ ਕੈਂਪਸਿਸ ਜੈਂਡਰ ਇਕੁਅਲ ਹੁੰਦੇ ਨੇ। ਅਗਰ ਯੂਨੀਵਰਸਿਟੀ ਕੈਂਪਸ ਜੈਂਡਰ ਇਕੁਅਲ ਨਹੀਂ ਹੋਣਗੇ ਤਾਂ ਇਹ ਸਪੇਸ ਆਪਾਂ ਘਰੇ ਜਾ ਕੇ ਕਿਵੇਂ ਕਲੇਮ ਕਰਾਂਗੇ। ਤਾਂ 5 ਸਾਲ ਦੇ ਲਗਾਤਾਰ ਸਟਰਗਲ ਤੋਂ ਬਾਅਦ ਜੇ ਤੁਸੀਂ ਅੱਜ ਕੋਈ ਫਰੈਸ਼ਰ ਕੁੜੀ ਨੂੰ ਪੁੱਛੋਗੇ, ਉਹਨੂੰ ਲੱਗੂਗਾ ਹਾਂ ਕੁੜੀਆਂ ਦੇ ਹੋਸਟਲ 24 ਘੰਟੇ ਹੁੰਦੇ ਨੇ, ਉਹਨਾਂ ਲਈ ਆਹ ਚੀਜ਼ ਨਾਰਮਲਾਈਜ਼ ਹੋ ਗਈ। ਤਾਂ ਇਹ 8 ਸਾਲਾਂ ਦੇ ਵਿੱਚ ਮੈਂ ਇਹ ਪ੍ਰੋਗਰੈਸ ਦੇਖੀ ਆ ਕੁੜੀਆਂ ਦੀ ਅਵੇਅਰਨੈਸ ਦੇ ਵਿੱਚ, ਮੈਂਟਲੀ, ਪੋਲੀਟੀਕਲੀ ਤੇ ਫਿਜ਼ੀਕਲੀ, ਕਿ ਇਹ ਚੀਜ਼ਾਂ ਨਾਰਮਲਾਈਜ਼ ਹੋ ਗਈਆਂ। ਜਦੋਂ 9 ਵਜੇ ਤੋਂ ਬਾਅਦ ਪੈਰ ਧਰਨ ਤੋਂ ਕੁੜੀਆਂ ਡਰਦੀਆਂ ਸੀ, ਤੇ ਹੁਣ ਕੁੜੀਆਂ ਨੂੰ ਲੱਗਦਾ ਵੀ ਹਾਂ ਵੀ ਕਿੰਨੀ ਕੁ ਵੱਡੀ ਗੱਲ ਆ, ਕੁੜੀਆਂ ਦੇ ਹੋਸਟਲ 24 ਘੰਟੇ ਹੋਣੇ ਚਾਹੀਦੇ ਨੇ। ਤਾਂ ਇਹ ਪੂਰੀ ਪ੍ਰੋਗਰੈਸ ਆਪਾਂ ਗੱਲ ਕਰ ਸਕਦੇ ਹਾਂ ਕਿ ਜੇ ਇਹੋ ਜਿਹਾ ਮਾਹੌਲ ਪੰਜਾਬ ਯੂਨੀਵਰਸਿਟੀ ਵਰਗੇ ਕੈਂਪਸਿਸ ਦੇ ਵਿੱਚ ਮਿਲੂਗਾ ਤਾਂ ਕੁੜੀਆਂ ਦੀ ਅਵੇਅਰਨੈਸ ਵੀ ਵਧੂਗੀ ਤੇ ਉਹਨਾਂ ਦੀ ਪਾਰਟਿਸਿਪੇਸ਼ਨ ਵੀ ਵਧੂਗੀ ਸਾਰੇ ਸੋਸ਼ਲ ਤੇ ਪੋਲੀਟੀਕਲ ਸਰਕਲਸ ਦੇ ਵਿੱਚ। ਜੀ ਬਹੁਤ ਬਹੁਤ ਸ਼ੁਕਰੀਆ ਜੀ। ਗੱਲਬਾਤ ਕਰ ਰਹੇ ਸੀ ਅਸੀਂ ਪਵਨਜੋਤ ਕੌਰ ਨਾਲ ਤੇ ਉਹਨਾਂ ਦੇ ਸਾਥੀਆਂ ਦੇ ਨਾਲ, ਐਸਐਫਐਸ ਵੱਲੋਂ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਨੇ, ਤੇ ਨਾਲ ਹੀ ਕੁੜੀਆਂ ਜਿਹੜੀਆਂ ਨੇ ਕਾਫੀ ਵੱਧ ਚੜ੍ਹ ਕੇ ਹਿੱਸਾ ਲੈਣ ਲੱਗੀਆਂ ਨੇ ਇਹਨਾਂ ਚੋਣਾਂ ਦੇ ਵਿੱਚ। ਕੰਪੇਨਿੰਗ ਦੇ ਵਿੱਚ ਵੀ ਅਲੱਗ ਤਰ੍ਹਾਂ ਦੀ ਅਵੇਅਰਨੈਸ ਹੈ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੈਗੀ ਹੈ। ਐਸਐਫਐਸ ਜਿਸ ਪਾਰਟੀ ਵੱਲੋਂ ਇਸ ਯੂਨੀਵਰਸਿਟੀ ਨੂੰ ਫਸਟ ਫੀਮੇਲ ਪ੍ਰੈਜ਼ੀਡੈਂਟ ਮਿਲਿਆ ਸੀ, ਇਸ ਵਾਰੀ ਆਪਣਾ ਫੇਰ ਲੱਕ ਅਜ਼ਮਾਉਣ ਜਾ ਰਹੇ ਨੇ, ਤੇ ਇਸ ਵਾਰੀ ਕਿਸ ਤਰ੍ਹਾਂ ਦਾ ਸਟੂਡੈਂਟਸ ਵੱਲੋਂ ਮੈਂਡੇਟ ਰਹੂਗਾ ਇਹ ਥੋੜ੍ਹੇ ਦਿਨਾਂ ਤੱਕ ਕਲੀਅਰ ਹੋਊਗਾ। ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਬਾਬ ਸਿੰਘ ਸਿੱਧੂ, ਬਾਬੂ ਸ਼ਾਹੀ ਟਾਈਮਸ।